ਪਿੰਡ ਭਿੰਡਰਾ ਸੰਗਰੂਰ ਜ਼ਿਲ੍ਹੇ ਤੋਂ ਆਏ। ਅੱਛਾ, ਤੇ ਅੱਜ ਓਪੀਡੀ ਇੱਥੇ ਬੰਦ ਹੈ, ਤੁਹਾਨੂੰ ਕਿੰਨੀਆਂ ਕੁ ਦਿੱਕਤਾਂ ਦਾ ਜਿਹੜਾ ਸਾਹਮਣਾ ਹੈ ਜੀ? ਪੂਰੀਆਂ ਆਈਆਂ ਜੀ। ਅੱਜ ਸਾਡੇ ਮਰੀਜ਼ ਦਾ ਹਾਰਟ ਦਾ ਪ੍ਰੋਬਲਮ ਸੀ, ਆਪਰੇਸ਼ਨ ਹੋਣਾ ਦੀ, ਹੜਤਾਲ ਕਰਕੇ ਹੋਇਆ ਨਹੀਂ। ਤਿੰਨ ਵਾਰ ਅਟੈਕ ਦਾ ਦੌਰਾ ਪੈ ਚੁੱਕਾ ਇਦੋਂ ਪਹਿਲਾਂ, ਖਤਰੇ 'ਚ ਆ ਪੂਰਾ। ਅੱਛਾ, ਤੇ ਤੁਸੀਂ ਕਦੋਂ ਆਏ ਸੀ ਪੀਜੀ ਜੀ? ਕੱਲ ਆਏ ਤੇ, ਕੱਲ ਇੱਧਰ ਚ ਆਏ, ਹਾਰਟ ਵਾਲੇ ਸ਼ਿਫਟ ਕਰਤੇ ਤੇ 2 ਰਾਤ ਪੈ ਗਈ ਜੀ। ਅੱਛਾ, ਤੇ ਤੁਸੀਂ ਡਾਕਟਰਾਂ ਨੂੰ ਕਿਹਾ ਨਹੀਂ? ਕਿਹਾ ਤੇ ਉਧਰ ਕਹਿੰਦੇ ਆਪਰੇਸ਼ਨ ਜਾਂਦੀ ਕਰ ਦਾਂਗੇ, ਅੱਜ ਉਧਰ ਹੜਤਾਲ ਤੀ ਕਰਿਆ ਨਹੀਂ। ਹੁਣ ਕੱਲ ਤੇ ਕਹਿੰਦੇ ਨੇ, ਦੇਖੋ ਵੀ ਰਾਤ ਨੂੰ ਕੀ ਬਣਦਾ ਜੀ। ਫਿਰ ਤੇ ਕਿਹਨੂੰ ਲੈ ਕੇ ਆਉਣ ਨਾਲ ਮਰੀਜ਼ ਕੌਣ ਹੈ? ਮੇਰੇ ਘਰ ਵਾਲੀ ਹੈ। ਅੱਛਾ, ਤੇ ਅੱਜ ਤੁਹਾਨੂੰ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜੀ? ਅੱਜ ਆਪਰੇਸ਼ਨ 6 ਵਜੇ ਹੋ ਜਾਂਦਾ, ਨਹੀਂ ਹੋਇਆ ਨਹੀਂ ਅੱਜ। ਅੱਛਾ, ਤੇ ਤੁਸੀਂ ਡਾਕਟਰਾਂ ਨੂੰ ਕਿਹਾ ਨਹੀਂ? ਕਿਹਾ ਸੀ, ਉਹ ਕਹਿੰਦੇ ਉਹ ਨਹੀਂ ਆਏ, ਜਿਹੜੇ ਦੂਏ ਕੰਮ ਜੇ ਕਰਨ ਵਾਲੇ ਨੇ, ਹੜਤਾਲ ਕਰੀ ਖੜੇ ਨੇ। हाँ, आज का निकल गया। अब अगर घर जाएंगे तो भाई किराया इतना महंगा, फिर मजबूरी में कैसे आवेंगे? ट्रेन का हमें रास्ता इतना पता नहीं, हम इतने पढ़े लिखे नहीं हैं। और भाई बस में देख किराया कितना महंगा हमारा, तो हमें तो किराए में रह जाए, इस वजह तो आज रुक गए। मैं भाई कल दिखा के चलेंगे। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ। ਮੈਂ ਆ ਸ਼ਸ਼ਾਂਕ ਤੇ ਅੱਜ ਅਸੀਂ ਇਸ ਸਮੇਂ ਖੜੇ ਹਾਂ ਜੀ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ, ਜਿੱਥੇ ਕਿ ਸਟ੍ਰਾਈਕ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਭਾਰਾ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਜੀ ਅਸ਼ਵਨੀ ਮੰਜਾਲ ਜੀ ਨਾਲ, ਜਿਹੜੇ ਕਿ ਪੀਜੀਆਈ ਕੰਟਰੈਕਟ ਦੇ ਚੇਅਰਮੈਨ ਨੇ। ਸਭ ਤੋਂ ਪਹਿਲਾਂ ਤਾਂ ਅਸ਼ਵਨੀ ਜੀ, ਤੁਹਾਡਾ ਪੰਜਾਬ ਟੁਡੇ ਤੇ ਸਵਾਗਤ ਹੈ ਜੀ। ਥੈਂਕ ਯੂ, ਧੰਨਵਾਦ ਜੀ। ਸਰ, ਜਿਹੜੀ ਅੱਜ ਸਟ੍ਰਾਈਕ ਜਿਹੜੀ ਤੁਸੀਂ ਕੀਤੀ ਹੈ ਸਰ, ਇਹਦਾ ਕੀ ਮੇਨ ਕਾਰਨ ਹੈ? ਜਿਹੜੀ ਅਸੀਂ ਅੱਜ ਦੀ ਸਟ੍ਰਾਈਕ ਹੈ, ਇਹਦਾ ਥੋੜਾ ਜਿਹਾ ਪਿੱਛੇ ਜਾਣਾ ਪੈਣਾ। ਅਸੀਂ 22 ਫਰਵਰੀ 2022 ਨੂੰ ਪੀਜੀਆਈ ਐਡਮਿਨਿਸਟ੍ਰੇਸ਼ਨ ਨੂੰ ਨੋਟਿਸ ਦਿੱਤਾ ਸੀ ਕਿ ਅਸੀਂ 8 ਮਾਰਚ ਨੂੰ ਹੜਤਾਲ ਕਰਾਂਗੇ। ਕਿਉਂਕਿ ਸਾਨੂੰ ਜਿਹੜਾ ਭਾਰਤ ਸਰਕਾਰ ਨੇ ਰਾਜ ਪੱਤਰ ਇਸ਼ੂ ਕੀਤਾ 9/10/2018 ਨੂੰ, ਉਹਦੇ ਮੁਤਾਬਿਕ ਜਿੰਨੇ ਵੀ ਪੀਜੀਆਈ ਦੇ ਕੰਟਰੈਕਟ ਵਰਕਰਸ ਹੈ, ਉਹਨਾਂ ਨੂੰ ਸੇਮ ਐਂਡ ਸਿਮਿਲਰ ਵੇਜ ਦਾ ਮਤਲਬ ਹੈ ਕਿ ਜੋ ਪੱਕੇ ਬੰਦੇ ਦੀ ਤਨਖਾਹ ਹੈ, ਉਹ ਤਨਖਾਹ ਬੇਸਿਕ ਪਲੱਸ ਡੀਏ ਪਲੱਸ ਵਰਕਿੰਗ ਆਵਰਸ, ਛੁੱਟੀਆਂ ਤੇ ਸਾਰੀ ਫੈਸਿਲਿਟੀਜ਼, ਟਰਮਸ ਐਂਡ ਕੰਡੀਸ਼ਨ ਸਰਵਿਸ ਦੀਆਂ ਸੇਮ ਹੋਣੀ ਚਾਹੀਦੀਆਂ ਸੀ। ਇਹ ਭਾਰਤ ਸਰਕਾਰ ਦਾ ਰਾਜ ਪੱਤਰ ਸੀਗਾ। ਪਲੱਸ ਪੀਜੀਆਈ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਨੋਟੀਫਿਕੇਸ਼ਨ 12/12/2014 ਦੀ, ਜਿਹਦੇ ਨਾਲ ਪੀਜੀਆਈ ਦੇ ਅੰਦਰ ਕੰਟਰੈਕਟ ਲੇਬਰ ਸਿਸਟਮ ਖਤਮ ਕੀਤਾ ਸੀ, ਉਹਨੂੰ ਚੈਲੰਜ ਕੀਤਾ ਸੀ ਹਾਈ ਕੋਰਟ ਦੇ ਅੰਦਰ 2016 ਦੇ ਅੰਦਰ। ਉਹ ਰਿਟ ਪਟੀਸ਼ਨ 13 ਮਾਰਚ 2019 ਨੂੰ ਪੀਜੀਆਈ ਦੀ ਡਿਸਮਿਸ ਹੋ ਗਈ ਸੀ। ਉਹਦੇ ਅੰਦਰ ਵੀ ਹਾਈ ਕੋਰਟ ਨੇ ਆਰਡਰ ਕੀਤਾ ਸੀ ਕਿ 9/10/2018 ਦੇ ਮੁਤਾਬਿਕ ਇਹ ਕੰਟਰੈਕਟ ਵਰਕਰਸ ਪੀਜੀਆਈ ਵਾਲਿਆਂ ਨੂੰ ਸੇਮ ਐਂਡ ਸਿਮਿਲਰ ਵੇਜ ਦਿੱਤਾ ਜਾਏ। ਸਰ, ਲੇਕਿਨ ਓਪੀਡੀ ਬੰਦ ਹੋਣ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ। ਲੋਕੀ ਪੀਜੀਆਈ ਦੇ ਵਿੱਚ ਦੂਰੋਂ ਆਉਂਦੇ ਨੇ, ਫਿਰ ਚਾਹੇ ਉਹ ਹਿਮਾਚਲ ਹੋਵੇ, ਹਰਿਆਣਾ ਹੋਵੇ, ਪੰਜਾਬ ਹੋਵੇ, ਜੰਮੂ ਹੋਵੇ। ਸਰ, ਤੁਹਾਨੂੰ ਲੱਗਦਾ ਹੈ ਕਿ ਸਟ੍ਰਾਈਕ ਤੇ ਜਾਣਾ ਇਹ ਇੱਕ ਅੱਛੀ ਗੱਲ ਹੈ? ਸਟ੍ਰਾਈਕ ਤੇ ਜਾਣਾ ਕਦੇ ਵੀ ਕੋਈ ਅੱਛੀ ਗੱਲ ਨਹੀਂ ਹੁੰਦੀ। ਅਗਰ ਅਸੀਂ ਸਟ੍ਰਾਈਕ ਤੇ ਹੀ ਸਿਰਫ ਜਾਣਾ ਹੁੰਦਾ ਕਿ ਸਾਡੀ ਬੜੀ ਯੂਨਿਟੀ ਹੈ ਔਰ ਅਸੀਂ ਕੁਝ ਵੀ ਕਰ ਸਕਦੇ ਹਾਂ, ਤਾਂ ਇਹ ਗਲਤ ਹੈ। ਕਿਉਂਕਿ ਅਸੀਂ ਕਿੰਨੀ ਵਾਰੀ ਨੋਟਿਸ ਦਿੱਤਾ, ਗੱਲਬਾਤ ਹੋਈ, ਅਸੀਂ ਕੈਂਸਲ ਕਰਤਾ। ਹੁਣ ਮੈਂ 22 ਤਰੀਕ ਦੀ ਕਹਿ ਰਿਹਾ ਸੀ, 22 ਤਰੀਕ ਨੂੰ ਅਸੀਂ ਸਟ੍ਰਾਈਕ ਦਾ ਨੋਟਿਸ ਦਿੱਤਾ। ਉਹ 25 ਮਾਰਚ ਵਾਸਤੇ ਨਹੀਂ ਸੀਗਾ, ਉਹ 8 ਮਾਰਚ ਵਾਸਤੇ ਸੀਗਾ। 7 ਮਾਰਚ ਤੱਕ ਪੀਜੀਆਈ ਔਰ ਭਾਰਤ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਕੱਲ ਹੜਤਾਲ ਹੈ। ਨੋਟਿਸ 22 ਫਰਵਰੀ ਦਾ ਆਇਆ ਹੋਇਆ ਕਿ ਕੀ ਕਾਰਵਾਈ ਕੀਤੀ ਜਾਵੇ, ਨਾ ਕੋਈ ਗੱਲਬਾਤ, ਕੁਛ ਨਹੀਂ। ਭਾਰਤ ਸਰਕਾਰ ਨੇ ਸਾਨੂੰ 7 ਮਾਰਚ ਸਵੇਰੇ ਬੁਲਾਇਆ ਸੈਕਟਰ 9 ਦੇ ਅੰਦਰ, ਅਸਿਸਟੈਂਟ ਲੇਬਰ ਕਮਿਸ਼ਨਰ ਨੇ। ਉੱਥੇ ਨੈਗੋਸ਼ੀਏਸ਼ਨਸ ਹੋਈਆਂ। ਪੀਜੀਆਈ ਦਾ ਅੜੀਅਲਪਨ ਉਹਨਾਂ ਨੇ ਦੇਖਿਆ, ਉਹਨਾਂ ਨੇ ਉਹਦੇ ਅੰਦਰ ਰਿਕਾਰਡ ਕਰਤਾ ਕਿ ਪਿਛਲੇ 1.5-2 ਸਾਲ ਤੋਂ ਭਾਰਤ ਸਰਕਾਰ ਦੀ ਨੋਟੀਫਿਕੇਸ਼ਨ ਨੂੰ ਤੇ ਹਾਈ ਕੋਰਟ ਦੀ ਜੱਜਮੈਂਟ ਨੂੰ ਲਾਗੂ ਕਰਨ ਵਾਸਤੇ ਪੀਜੀਆਈ ਨੇ ਕੋਈ ਕਦਮ ਨਹੀਂ ਚੁੱਕੇ ਔਰ ਅੱਜ ਵੀ ਉਹ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਕੰਸੀਲੀਏਸ਼ਨ ਪ੍ਰੋਸੀਡਿੰਗਸ ਫੇਲ ਹੋ ਗਈਆਂ 7 ਵਜੇ ਸ਼ਾਮ ਨੂੰ। ਲੇਕਿਨ ਸਰ, ਸਾਡੀ ਆਮ ਲੋਕਾਂ ਦੇ ਨਾਲ ਨੀਚੇ ਗੱਲ ਹੋਈ ਹੈ, ਉਹ ਲੋਕੀ ਜਿਹੜੇ ਦੂਰੋਂ ਆ ਰਹੇ ਆ, ਉਹਨਾਂ ਨੂੰ ਆ ਕੇ ਵੇਟ ਕਰਨਾ ਪੈ ਰਿਹਾ। ਉਹ ਬਾਹਰ ਧੁੱਪ ਦੇ ਵਿੱਚ ਬੈਠੇ ਆਪਣੇ ਬੱਚੇ ਲੈ ਕੇ ਆਏ ਆ। ਤਾਂ ਸਰ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਹੈ ਤੁਹਾਡੀ ਯੂਨੀਅਨ ਨੂੰ ਜਾਂ ਪੀਜੀਆਈ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ? ਨਹੀਂ, ਅਸੀਂ ਦੇਖੋ ਸੋਚਣ ਦਾ ਕੰਮ ਅੱਜ ਦੀ ਡੇਟ ਵਿੱਚ ਇਹਨਾਂ ਕੋਲ 600-700 ਰੈਗੂਲਰ ਬੰਦੇ ਹੈਗੇ, ਉਸ ਤੋਂ ਵੀ ਜ਼ਿਆਦਾ ਹੋਣੇ ਕੈਟੇਗਰੀਆਂ ਦੇ। ਓਪੀਡੀ ਕਿਉਂ ਬੰਦ ਕੀਤੀ? ਅਗਰ ਤੁਸੀਂ ਇੱਕ ਤਰਫੋਂ ਹਾਈ ਕੋਰਟ ਜਾ ਰਹੇ ਹੋ, ਸਵੇਰੇ ਤੁਸੀਂ ਓਪੀਡੀ ਬੰਦ ਕਰਦੇ ਹੋ, ਦੁਪਹਿਰੇ ਤੋਂ ਬਾਅਦ ਤੁਸੀਂ ਹਾਈ ਕੋਰਟ ਚਲੇ ਜਾਂਦੇ ਹੋ, ਤੇ ਕਨਫਿਊਜ਼ਨ ਕਿੰਨੇ ਕ੍ਰੀਏਟ ਕੀਤਾ? ਇਹ ਸਾਡੀ ਡਿਊਟੀ ਤਾਂ ਨਹੀਂ ਸੀਗੀ। ਅਗਰ ਅਸੀਂ ਹੜਤਾਲ ਤੇ ਹਾਂ ਤਾਂ ਇਹਨਾਂ ਦਾ ਕੀ ਅਰੇਂਜਮੈਂਟ ਹੈ, ਇਹ ਇਹਨਾਂ ਨੇ ਦੇਖਣਾ ਸੀ। ਇਹਨਾਂ ਕੋਲ 800 ਬੰਦਾ ਹੈ ਪੱਕਾ, ਇਲੈਕਟ੍ਰੀਸ਼ੀਅਨ ਕਿਆ ਸਭ, ਹਰ ਕੈਟੇਗਰੀ ਦੇ ਬੰਦੇ ਪੱਕੇ ਹੈਗੇ। ਇਹ ਅਰੇਂਜਮੈਂਟ ਇਹਨਾਂ ਨੇ ਦੇਖਣਾ ਸੀ ਕਿ ਕਿਉਂ ਬੰਦ ਕੀਤਾ। ਹਾਲਾਂਕਿ ਓਪੀਡੀ ਦੇ ਅੰਦਰ ਅਗਰ ਓਪੀਡੀ ਬੰਦ ਹੈ, ਅਗਰ ਓਪੀਡੀ ਦੇ ਅੰਦਰ ਕਿੰਨੇ ਬੰਦੇ ਚਾਹੀਦੇ? ਕਿਆ ਉੱਥੇ 800 ਬੰਦਾ ਚਾਹੀਦਾ? 800 ਬੰਦਾ ਨਹੀਂ ਚਾਹੀਦਾ, 700-800 ਬੰਦਾ ਇਹਨਾਂ ਕੋਲ ਪੱਕਾ ਹੈਗਾ ਹਰ ਕੈਟੇਗਰੀ ਦਾ ਮਿਲਾ ਕੇ। ਤੇ ਇਹ ਤਾਂ ਇਹਨਾਂ ਦੀ ਗਲਤੀ। ਇੱਕ ਤਰਫੋਂ ਹਾਈ ਕੋਰਟ ਜਾਣਾ, ਸਵੇਰੇ ਉਹ ਕਰ ਦੇਣਾ, ਜਨਤਾ ਦੇ ਅੰਦਰ ਕਨਫਿਊਜ਼ਨ ਕ੍ਰੀਏਟ ਹੋ ਗਿਆ। ਅਖਬਾਰ 'ਚ 2 ਖਬਰਾਂ ਆ ਰਹੀਆਂ, ਓਪੀਡੀ ਬੰਦ ਹੋ ਗਈ, ਉਧਰੋਂ ਕਹਿੰਦੇ ਹਾਈ ਕੋਰਟ ਨੇ ਸਟ੍ਰਾਈਕ ਸਟੇ ਕਰਤੀ। ਲੇਕਿਨ ਸਰ,
ਤੁਹਾਡੀ ਯੂਨੀਅਨ ਦਾ ਤੇ ਪੀਜੀਆਈ ਦਾ ਆਪਸੀ ਜਿਹੜਾ ਟਕਰਾਵ ਹੈ, ਇਹਦੇ ਵਿੱਚ ਸਰ ਜਨਤਾ ਨੂੰ ਸਫਰ ਕਰਨਾ ਪੈ ਰਿਹਾ, ਤੇ ਤੁਹਾਨੂੰ ਲੱਗਦਾ ਨਹੀਂ ਤੁਹਾਡੀ ਯੂਨੀਅਨ ਨੂੰ ਸੋਚਣਾ ਚਾਹੀਦਾ ਹੈ? ਨਹੀਂ, ਸਾਨੂੰ ਸੋਚਣਾ, ਸਾਡੇ ਪ੍ਰਤੀ 11 ਜਨਵਰੀ 2010 ਨੂੰ ਅਸੀਂ ਅਵਾਰਡ ਜਿੱਤੇ ਆ ਭਾਰਤ ਸਰਕਾਰ ਤੋਂ ਕਿ ਸਾਨੂੰ ਬੇਸਿਕ ਪੇ ਪਲੱਸ ਡੀਏ ਮਿਲਣਾ ਚਾਹੀਦਾ ਹੈ ਔਰ ਸਾਰੀ ਫੈਸਿਲਿਟੀਆਂ ਵਰਕਿੰਗ ਆਵਰ। 2010 ਤੋਂ ਲੈ ਕੇ ਅੱਜ 2022 ਤੱਕ ਸਾਡੇ ਤੇ ਉਹ ਚੀਜ਼ ਲਾਗੂ ਨਹੀਂ ਕੀਤੀ ਗਈ, ਤੇ ਜ਼ਿੰਮੇਵਾਰ ਕੌਣ ਹੈ? ਉਹਦੇ ਅੰਦਰ ਹਾਈ ਕੋਰਟ ਦੇ ਆਰਡਰ ਹੈ 13 ਮਾਰਚ 2019 ਨੂੰ। ਇਹ ਕਹਿੰਦੇ ਜੀ ਅਸੀਂ ਕੰਸੀਡਰ ਕਰ ਰਹੇ ਹਾਂ। ਤੁਸੀਂ ਸੋਚੋ, ਕਿਆ ਹਿੰਦੁਸਤਾਨ ਦੇ ਅੰਦਰ ਕੋਈ ਵੀ ਸ਼ਖਸ, ਕੋਈ ਅਥਾਰਟੀ ਇਹ ਕਹਿ ਸਕਦੀ ਹੈ ਕਿ ਅਸੀਂ ਹਾਈ ਕੋਰਟ ਦੀ ਜਜਮੈਂਟ ਲਾਗੂ ਕਰਨੀ ਹੈ ਜਾਂ ਨਹੀਂ ਕਰਨੀ? ਇਹਦੇ ਬਾਰੇ ਅਸੀਂ ਸੋਚ ਰਹੇ ਹਾਂ, ਕੰਸੀਡਰ ਕਰ ਰਹੇ ਹਾਂ। ਦੱਸੋ ਕਿਆ ਇਹ ਠੀਕ ਹੈ? ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ ਹਾਈ ਕੋਰਟ ਦੀ ਜਜਮੈਂਟ ਦੇ ਖਿਲਾਫ। ਕਿਆ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਹਾਈ ਕੋਰਟ ਦੀ ਜਜਮੈਂਟ ਲਾਗੂ ਕਰਨੀ ਹੈ, ਕਰੀਏ ਕਿ ਨਾ ਕਰੀਏ? ਸੋਚ ਰਹੇ, ਔਰ ਕਿੰਨਾ ਸੋਚਣਾ? 3 ਸਾਲ ਤੋਂ ਤੁਸੀਂ ਸੋਚੀ ਜਾ ਰਹੇ ਹੋ। ਔਰ ਅਸੀਂ ਕੰਟੈਂਪਟ ਫਾਈਲ ਕੀਤੀ 17 ਜਨਵਰੀ 2020 ਨੂੰ। ਹਾਈ ਕੋਰਟ ਨੇ ਕੰਟੈਂਪਟ ਨੋਟਿਸ ਇਸ਼ੂ ਕਰਤਾ। ਹਾਈ ਕੋਰਟ ਨੇ ਕਿਹਾ ਕਿ 2-3 ਮਹੀਨੇ ਦੇ ਅੰਦਰ ਜੋ ਵੀ ਡੇਟ ਦਿੱਤੀ ਸੀ ਜਵਾਬ ਦਿਓ। ਅੱਜ 2.5 ਸਾਲ ਹੋ ਗਏ, ਕੋਈ ਜਵਾਬ ਹੀ ਨਹੀਂ ਦਿੱਤਾ। ਤੇ ਇਹਦੀ ਜ਼ਿੰਮੇਵਾਰੀ ਸਾਡੀ ਤਰਫ ਕਿੰਨੀ ਬਣਦੀ ਹੈ? ਇਹ ਜਨਤਾ ਦੇਖੇ, ਕੋਰਟ ਦੇਖੇਗੀ ਕਿ ਅਸੀਂ ਜ਼ਿੰਮੇਵਾਰ ਹਾਂ ਜਾਂ ਉਹ ਜ਼ਿੰਮੇਵਾਰ ਹੈ ਜਿਹੜੇ ਭਾਰਤ ਸਰਕਾਰ ਦੇ ਰਾਜ ਪੱਤਰ ਨੂੰ 9/10/18, ਭਾਰਤ ਸਰਕਾਰ ਦੇ ਅਵਾਰਡ ਨੂੰ 11 ਜਨਵਰੀ 2010 ਔਰ ਹਾਈ ਕੋਰਟ ਦੀ ਜਜਮੈਂਟ 13/3/19 ਔਰ 5 ਅਕਤੂਬਰ 2020 ਨੂੰ ਫਿਰ ਹਾਈ ਕੋਰਟ ਨੇ ਕਿਹਾ ਕਿ ਲਾਗੂ ਕਰੋ। ਕਹਿੰਦੇ ਸਾਨੂੰ 19 ਕਰੋੜ ਰੁਪਏ ਚਾਹੀਦਾ, ਜਿਹਦੇ ਵਾਸਤੇ ਐਫੀਡੇਵਿਟ ਫਾਈਲ ਕੀਤਾ 25 ਫਰਵਰੀ ਨੂੰ ਕਿ ਅਸੀਂ ਭਾਰਤ ਸਰਕਾਰ ਤੋਂ 19 ਕਰੋੜ ਰੁਪਏ ਮੰਗੇ, ਜੈਸੇ ਉਹ ਦੇ ਦੇਣਗੇ ਅਸੀਂ ਲਾਗੂ ਕਰ ਦਾਂਗੇ। ਹੁਣ ਤੁਸੀਂ ਅੱਜ ਦੇਖੋ, ਹਾਈ ਕੋਰਟ ਗਏ, ਜਿੱਦਾਂ ਕਹਿੰਦੇ ਟੋਬੇ ਦਾ ਡੱਡੂ ਦਾ ਗਵਾ ਟੋਬਾ ਜੋ ਬੋਲਦੇ ਹੈ। ਤੇ ਭਾਈ ਕੀ ਹੋਇਆ? ਇੱਕ ਬੰਦਾ ਜਿੰਨੇ ਪੈਸੇ ਦੇਣੇ ਹੈ ਉਹ ਕੋਰਟ 'ਚ ਕੇਸ ਕਰਦਾ ਹੈ, ਦੂਸਰਾ ਬੰਦੇ ਦੇ ਖਿਲਾਫ ਕੇਸ ਕਰਦਾ ਹੈ ਭਾਰਤ ਸਰਕਾਰ ਦੇ ਖਿਲਾਫ ਪੀਜੀਆਈ। ਉਹ ਦੂਸਰਾ ਬੰਦਾ ਜਿੰਨੇ ਪੈਸੇ ਦੇਣੇ ਹੈ ਉਹ ਕਹਿੰਦਾ ਜੀ ਹਾਈ ਕੋਰਟ ਨੂੰ ਇਹ ਸਟ੍ਰਾਈਕ ਨੂੰ ਸਟੇ ਕਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਦੱਸੋ, ਕਮਾਲ ਦੀ ਗੱਲ ਹੈ। ਔਰ ਭਾਰਤ ਸਰਕਾਰ, ਇੱਕ ਸੁਣੋ, ਸਭ ਤੋਂ ਵੱਡੀ ਪੂਰੇ ਦੇਸ਼ ਨੂੰ ਸੁਣਨ ਦੀ ਗੱਲ ਹੈ, ਹਿੰਦੁਸਤਾਨ ਦੇ ਅੰਦਰ ਪਬਲਿਕ ਇੰਟਰਸਟ ਲਿਟੀਗੇਸ਼ਨ ਹਮੇਸ਼ਾ ਭਾਰਤ ਸਰਕਾਰ ਜਾਂ ਸਟੇਟ ਗਵਰਨਮੈਂਟ ਜਾਂ ਕਿਸੇ ਅਦਾਰੇ ਸਰਕਾਰੀ ਦੇ ਖਿਲਾਫ ਹੁੰਦੀ ਹੈ। ਇਹ ਪਹਿਲੀ ਪਬਲਿਕ ਇੰਟਰਸਟ ਅਸੀਂ ਸੁਣੀਏ ਜਿਹਦੇ ਅੰਦਰ ਸਰਕਾਰ ਨੇ ਪ੍ਰਾਈਵੇਟ ਬੋਡੀ, ਸਾਡੀ ਟ੍ਰੇਡ ਯੂਨੀਅਨ ਜਾਂ ਆਪਣੇ ਮੁਲਾਜ਼ਮਾਂ ਦੇ ਖਿਲਾਫ ਪਬਲਿਕ ਇੰਟਰਸਟ ਲਿਟੀਗੇਸ਼ਨ ਕਰਤੀ। ਔਰ ਉਸ ਬੰਦੇ ਨੇ ਲਿਟੀਗੇਸ਼ਨ ਕਰਤੀ ਜਿਹੜਾ ਹਾਈ ਕੋਰਟ ਦੀ ਜਜਮੈਂਟ ਨੂੰ ਨਹੀਂ ਮੰਨ ਤੇ ਦੇ ਰਿਹਾ, ਹਾਈ ਕੋਰਟ ਭਾਰਤ ਸਰਕਾਰ ਦੇ ਰਾਜ ਪੱਤਰ ਨੂੰ ਨਹੀਂ ਮੰਨ ਰਿਹਾ। ਐਸਾ ਬੰਦਾ ਇਹ ਕੀ ਕਹਿੰਦਾ ਜਾ ਕੇ ਕੋਰਟ 'ਚ, ਕੀ ਕਹੇਗਾ? ਤੇ ਅਸੀਂ ਬੜੇ ਹੈਰਾਨ ਹਾਂ ਕਿ ਗਵਰਨਮੈਂਟ ਵੀ PIL ਕਰ ਸਕਦੀ, ਗਵਰਨਮੈਂਟ ਦੇ ਖਿਲਾਫ PIL ਹੋ ਸਕਦੀ ਹੈ ਕਿ ਫਲਾਣੀ ਸੜਕ ਟੁੱਟੀ ਪਈ ਹੈ ਜੀ, ਫਲਾਣੀ ਜਗ੍ਹਾ ਤੇ ਇਹ ਚੀਜ਼ ਹੈਗੀ ਜੀ, ਉਹ ਹੋ ਸਕਦੀ ਹੈ। ਅਸੀਂ ਤਾਂ ਪਹਿਲੀ ਵਾਰ ਸੁਣਿਆ ਕਿ ਭਾਰਤ ਸਰਕਾਰ ਦੇ ਖਿਲਾਫ ਭਾਰਤ ਸਰਕਾਰ ਪਬਲਿਕ ਇੰਟਰਸਟ ਲਿਟੀਗੇਸ਼ਨ। ਸੋ ਇਹ ਸੀ ਕਿ ਸਾਡੇ ਨਾਲ ਅਸ਼ਵਨੀ ਮੁੰਜਾਲ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਕੀ ਹੈ ਪੀਜੀਆਈ ਹੈ ਆਪਣੇ ਵੱਲੋਂ ਜਿਹੜੀਆਂ ਕੀ ਹੈ ਅਣਗਹਿਲੀਆਂ ਕਰ ਰਿਹਾ, ਜਦ ਕਿ ਉਹ ਕਹਿੰਦੇ ਕਿ ਉਹਨਾਂ ਨੇ ਲੇਬਰ ਕੋਰਟ ਤੋਂ ਤੇ ਹਾਈ ਕੋਰਟ ਤੋਂ ਜਿਹੜਾ ਕੀ ਉਹ ਕੇਸ ਜਿੱਤ ਲਿਆ। ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਮੈਂ ਸ਼ਸ਼ਾਂਕ, ਪੰਜਾਬ ਟੁਡੇ, ਚੰਡੀਗੜ੍ਹ।